बाद ही है होर तो कुछ कर नहीं सकते। ਅੱਜ ਜਵਾਬ ਮਾਨਸਾ ਰੈਲੀ ਤੇ ਦੱਸਤਾ ਗਿਆ ਕਿ ਵਿਕਾਸ ਕਿਵੇਂ ਕਰਦੇ ਹੁੰਦੇ ਨੇਗੇ, ਬੱਚਿਆਂ ਦਾ ਵਿਕਾਸ ਕਰਤਾ ਗਏ। ਵਾਅਦੇ ਤਾਂ ਕਰੇ ਨੇ ਸਾਰੇ, ਕੋਈ ਪੂਰਾ ਉਤਰਿਆ ਤਾਂ ਲੱਗਦਾ ਨਹੀਂ ਹਜੇ ਤਾਂ ਪੈਸੇ ਵੀ ਨਹੀਂ ਮਿਲੇ ਸਾਨੂੰ। ਹੁੰਦੇ ਸਾਹਿਬ ਸਾਡੇ ਆਉਂਦੇ ਹਨ, ਮਿਲ ਕੇ ਜਾਂਦੇ ਹੁਣ ਸਾਹਿਬ ਆਪ। ਹਾਂਜੀ ਹਾਂ, ਕੋਈ ਨੌਜਵਾਨ ਕਹਿ ਰਿਹਾ ਸੀ ਉਹਨਾਂ ਨੇ ਚਿਹਰਾ ਵੀ ਨਹੀਂ ਦੇਖਿਆ ਹਾਲੇ ਤੱਕ। ਕਰਕੇ ਨਹੀਂ ਪਛਾਣਦੇ ਹੈਗੇ ਵੀ ਐਮਐਲਏ ਹੈ ਕੌਣ। ਅਸੀਂ ਤਾਂ ਕਿਸੇ ਮੁੰਡੇ ਨੂੰ ਦੇਖਿਆ, ਤੁਸੀਂ ਕਿਸੇ ਨੇ ਨਹੀਂ ਦੇਖਿਆ ਹੈਗਾ। ਇੱਥੇ ਜੇ ਆਉਣਗੇ ਤਾਂ ਫੇਰ ਹੀ ਦੇਖਿਆ ਜਾਊਗਾ। ਦਿਲਰਾਜ ਸਿੰਘ ਭੁੰਦੜ ਹਲਕਾ ਸਰਦੂਲਗੜ੍ਹ ਦਾ ਸਾਡਾ ਐਮਐਲਏ ਹੈਗੇ ਮੌਜੂਦਾ, ਤੇ ਅਸੀਂ ਤਾਂ ਉਹਨਾਂ ਨੂੰ 5 ਸਾਲਾਂ ਦੇ ਵਿੱਚ ਦੇਖੇ ਨਹੀਂ, ਪਿੰਡਾਂ ਦੇ ਵਿੱਚ ਆਏ ਨੇ। ਅੱਜ ਉਹਨਾਂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਆ ਰਹੇ ਨੇ, ਕਿਉਂਕਿ ਦਿਲਰਾਜ ਜੀ ਖੁਦ ਨਹੀਂ ਆ ਰਹੇ। ਉਹ ਕਿਵੇਂ ਆਉਣਗੇ? ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਲੋਕਾਂ ਦੇ ਵਿੱਚ, ਤਾਂ ਆਉਣਗੇ ਨਾ। ਭਗਵੰਤ ਮਾਨ ਬੰਦਾ ਬਹੁਤ ਇਮਾਨਦਾਰ ਹੈ, ਪਰ ਇਕੱਲਾ ਇਮਾਨਦਾਰ ਬੰਦਾ ਹੀ ਕਰੂਗਾ ਜੀ, ਬਾਕੀ ਉਹੀ ਚੋਰ ਹੈਗੇ। ਬਦਲਾਅ ਨਾਲ ਹੀ ਫਰਕ ਪਊਗਾ ਜੀ। ਇਹਨਾਂ ਦਾ 3.5 ਲੱਖ ਕਰੋੜ ਦਾ ਕਰਜ਼ਾ ਸਿਰ ਚੜ੍ਹਾ ਰੱਖਿਆ ਮੁਲਕ ਦੇ, ਤੇ ਕਿੱਥੋਂ ਡਿਵੈਲਪਮੈਂਟ ਕਰਨਗੇ ਜਦੋਂ 75 ਸਾਲਾਂ 'ਚ ਨਹੀਂ ਕਰੀ। ਕਾਲੀ ਵਾਲਾ ਉਧਰ ਰਿਸ਼ਪਾਲ ਸਰਪੰਚ ਸੀ, ਉਹਦੇ ਕੋਲੇ ਆ ਕੇ ਮੁੜ ਜਾਂਦਾ ਸੀ। ਕਾਂਗਰਸ ਵਾਲਾ ਹਰਪ੍ਰੀਤ ਕੋਲੇ ਆਉਂਦਾ ਸੀ, ਉਹ ਵਿਚਾਰੇ ਦੀ 20 ਕਿੱਲੇ ਵਾਹਣ ਦੇ ਵਕਿਆ ਕੇ ਤੇ ਪਰਾਂ ਕਰਿਆ ਉਹ। ਇੱਕ 1500 ਦੇ ਨਾਲ ਤੁਸੀਂ ਦੇਖ ਲਓ ਕੀ ਹੋਊਗਾ ਜੀ। ਜੁੱਤੀ ਵੀ ਪੂਰੀ ਨਹੀਂ ਆਉਂਦੀ ਅੱਜ ਦੇ ਟਾਈਮ ਦੇ ਵਿੱਚ। ਇੱਕ ਬਜ਼ੁਰਗ ਨੇ ਖਾਣਾ ਵੀ ਹੈ, ਪਹਿਨਣਾ ਵੀ ਹੈ, ਦਵਾਈ ਬੂਟੀ ਵੀ ਲੈਣੀ ਹੈ, ਬਾਹਰ ਅੰਦਰ ਵੀ ਜਾਣਾ ਹੈ, ਠੀਕ ਹੈ ਜੀ। ਤੇ 1500 ਰੁਪਏ ਨਾਲ ਹੁੰਦਾ ਕੀ ਹੈ, ਜਦੋਂ ਕਿ ਮੰਤਰੀਆਂ ਤੇ ਵਿਧਾਇਕਾਂ ਦੀਆਂ ਲੱਖਾਂ ਦੇ ਵਿੱਚ ਤਨਖਾਹਾਂ ਨੇ। ਸਿੱਧੂ ਮੂਸੇਵਾਲਾ ਨਹੀਂ, ਕੋਈ ਤਰੱਕੀ ਨਹੀਂ ਕਰਦਾ। ਬੇਅਦਬੀ ਨਹੀਂ ਹੋਈ, ਕੋਈ ਹੋਣੀ ਹੋਈ ਚੱਲ ਵੀ ਸਰਕਾਰ ਕੋਈ ਫੰਡਾ ਖੇਡ ਜਾਂਦੀ ਹੈ, ਉਹ ਚੀਜ਼ ਆਪਾਂ ਕਹਿ ਨਹੀਂ ਸਕਦੇ ਕੁਝ। ਸਰ ਪੰਜਾਬ ਸਰਕਾਰ ਨੇ, ਕੈਪਟਨ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਤਾਂ ਝੂਠ ਦੀਆਂ ਪੰਡਾਂ ਖੋਲੀਆਂ ਨੇ, ਇਸ ਤੋਂ ਇਲਾਵਾ ਕੁਛ ਨਹੀਂ। ਮੈਂ ਖੁਦ ਬੇਰੁਜ਼ਗਾਰ ਹਾਂ ਜੀ। ਇਹਨਾਂ ਨੇ ਕੁੱਟੀ ਹੈ ਜਵਾਕ, ਹਜੇ ਤੱਕ ਕਰਿਆ ਕੀ ਇਹਨਾਂ ਨੇ? ਪੇਪਰ ਰਹਿੰਦਾ ਉਹ ਵੀ ਨਹੀਂ ਹੋਇਆ ਜੀ, ਉਹਦਾ ਕੁਝ ਨਹੀਂ ਬਣਿਆ ਪੇਪਰ ਦਾ। ਗਾਂ ਦੀ ਗਾਂ ਡੇਟ ਪਾ ਦਿੰਦੇ ਨੇ, ਕੋਈ ਪੇਪਰ ਹੁੰਦਾ ਨਹੀਂਗਾ। ਭਰਤੀ ਕਹਿੰਦੇ ਵੀ ਅਗਲੇ ਮਹੀਨੇ 'ਚ ਆਊਗੀ, ਬਾਅਦ 'ਚ ਕੈਂਸਲ ਕਰ ਦਿੰਦੇ ਆ ਡੇਟ ਪਾ ਕੇ। ਸਾਡੇ ਹਲਕੇ ਦਾ ਐਮਐਲਏ ਸਾਹਿਬ, ਉਹਦਾ ਸਾਈਜ਼ ਸੀ ਦੇਖ ਹੀ ਨਹੀਂ ਰਹੀ, ਉਸ ਨੂੰ ਵੀ ਕਦੋਂ ਆਉਂਦੇ ਤੇ ਕਦੋਂ ਚਲੇ ਜਾਂਦਾ ਜੀ। ਗੱਪ ਹੀ ਮਾਰਿਆ ਜੀ ਚੰਨੀ ਸਾਹਿਬ ਨੇ, ਕੋਈ ਵਾਧੇ ਗੱਪ ਮਾਰੀ ਗਏ ਆ, ਤੇ ਪਹਿਲਾਂ ਕੈਪਟਨ ਨੇ ਮਾਰੀ ਗਿਆ ਤੇ ਹੁਣ ਚੰਨੀ ਸਾਹਿਬ ਮਾਰੀ ਗਏ। ਇੱਕ ਅੰਗਹੀਣ ਹੋਣ ਦੇ ਨਾਤੇ ਸਾਡਾ 3% ਕੋਟਾ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਰਾਖਵਾਂ ਹੈਗਾ ਜੋ ਖਾਲੀ ਪਿਆ। ਦੇ ਘਰ ਪਾਉਣੇ ਸੀ, ਕੋਈ ਘਰ ਵੀ ਨਹੀਂ ਪਿਆ। 15 ਸਾਲ ਹੋ ਗਏ। ਪਰ ਇਹ ਲੋਕਾਂ ਦੇ ਫਿਰ ਮੰਗ ਤੇ ਬਣਦੇ ਨੇ। ਅਸੀਂ ਤਾਂ ਅੱਜ ਦੇ ਟਾਈਮ ਇਹਨਾਂ ਨੂੰ ਮੰਗ ਤੇ ਸਮਝ ਰਹੇ ਹਾਂ ਕਿ ਇਹ ਸਾਡੇ ਦਰਾਂ ਤੇ ਆ ਰਹੇ ਨੇ, ਮੰਗਦੇ ਨੇ ਸਾਥੋਂ ਇਹ। ਦੋ 2022 ਦੀਆਂ ਚੋਣਾਂ ਨੂੰ ਕਿੱਦਾਂ ਦੇਖਦੇ ਹੋ? ਕੋਈ ਰੰਗਤ ਲਿਆ ਸਕਦਾ, ਕੋਈ ਨਵਾਂ ਆ ਸਕਦਾ ਇੱਥੇ ਬਦਲਾ? ਹਾਂਜੀ ਹਾਂ, ਜ਼ਰੂਰ ਆਊਗਾ। ਇੱਕ ਵਾਰ ਨੌਜਵਾਨ ਵਰਗ ਜੋ ਹੈਗਾ, ਹਰ ਇੱਕ ਵਰਗ ਦੀ ਆਪਾਂ ਗੱਲ ਕਰੀਏ ਤਾਂ ਲੋਕ ਆਪਣਾ ਮਨ ਬਣਾ ਚੁੱਕੇ ਨੇ ਕਿ ਇੱਕ ਨਵੀਂ ਸਰਕਾਰ ਲੈ ਕੇ ਆਵਾਂਗੇ, ਜਿਹੜੀ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰੇਗੀ। ਔਰ ਦਿੱਲੀ ਮਾਡਲ ਨੂੰ ਦੇਖ ਕੇ ਉੱਥੇ ਇੱਕ ਬਹੁਤ ਵਧੀਆ ਰਿਸਪੌਂਸ ਦਿੱਤਾ ਲੋਕਾਂ ਨੇ ਵੀ ਸਰਕਾਰ ਨੂੰ, ਤਾਂ ਕਰਕੇ ਹੀ 3 ਵਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਬਣੀ ਹੈ। ਲੋਕ ਮਨ ਬਣਾ ਚੁੱਕੇ ਨੇ ਕਿ ਅਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਲੈ ਕੇ ਆਵਾਂਗੇ। ਹਾਂਜੀ, ਲੱਗਦਾ ਕੋਈ ਪਿੰਡ ਦੇ ਵਿੱਚ ਵਿਕਾਸ ਕਾਰਜ ਕੀਤਾ ਹੁਣ ਤੱਕ? ਸਰ ਦੇਖੋ, ਜੇਕਰ ਆਪਾਂ ਪੰਚਾਇਤੀ ਐਕਟ ਦੀ ਗੱਲ ਕਰ ਲਈਏ ਤਾਂ ਪਿੰਡਾਂ ਦਾ ਜੋ ਕੰਮ ਹੈ ਇਹ ਪੰਚਾਇਤੀ ਐਕਟ ਦੇ ਵਿੱਚ ਹਰ ਹਾਲਤ ਦੇ ਵਿੱਚ ਹੁੰਦਾ ਹੈ, ਤਾਂ ਮੰਗਣ ਦੀ ਵੀ ਲੋੜ ਨਹੀਂ। ਵਿਕਾਸ ਕਿਹਾ ਜਾਂਦਾ ਜੀ ਨੌਜਵਾਨਾਂ ਦਾ, ਕਿਉਂਕਿ ਨੌਜਵਾਨ ਦੇਸ਼ ਦਾ ਧੁਰਾ ਨੇਗੇ। ਨੌਜਵਾਨੀ ਦਾ ਵਿਕਾਸ ਹੋਏਗਾ, ਇਹਨਾਂ ਨੂੰ ਵਧੀਆ ਸਿਹਤ, ਸਿੱਖਿਆ ਤੇ ਇੱਕ ਰੁਜ਼ਗਾਰ ਮਿਲੇਗਾ ਤਾਂ ਆਪ ਹੀ ਵਿਕਾਸ ਹੋਏਗਾ ਜੀ। ਹਾਂਜੀ, ਇਹ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਨੌਜਵਾਨ ਪੜ੍ਹ ਲਿਖ ਕੇ ਡਿਗਰੀਆਂ ਦੀਆਂ ਪੰਡਾਂ ਚੱਕ ਕੇ MA BEd ਟੈਟ ਕਲੀਅਰ ਕਰਕੇ ਵੀ ਉਹਨਾਂ ਨੂੰ ਉਹਨਾਂ ਦੇ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ, ਤਾਂ ਉਹ ਰੋਂਦੇ ਹੋਏ ਆਪਣੇ ਘਰਾਂ ਨੂੰ ਆਏ ਨੇ। ਮੀਡੀਆ ਤੋਂ ਇਹ ਗੱਲ ਲੁਕੀ ਨਹੀਂ ਹੈਗੀ, ਤੇ ਉਹ ਰੁਜ਼ਗਾਰ ਮੰਗਦੇ ਨੇ। ਸਰਕਾਰਾਂ ਨੇ ਉਹਨਾਂ ਵੱਲ ਕੋਈ ਤਵੱਜੋ ਨਹੀਂ ਦਿੱਤੀ। ਹਜ਼ਾਰਾਂ ਪੋਸਟਾਂ ਸਕੂਲਾਂ ਦੀ ਗੱਲ ਕਰ ਲਈ ਤਾਂ ਖਾਲੀ ਪਈਆਂ ਨੇ ਜੀ, ਜਿਹੜੀਆਂ ਜ਼ਰੂਰੀ ਨੇ ਭਰਨੀਆਂ, ਕਿਉਂਕਿ ਜੇ ਟੀਚਰ ਹੋਣਗੇ ਤਾਂ ਹੀ ਆਪਣਾ ਪੜ੍ਹਾਈ ਹੋਵੇਗੀ, ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ ਜੀ। ਤੇ ਜਿਹੜੇ ਜੇ ਦੂਜੇ MLA ਦੀ ਗੱਲ ਕਰਕੇ, ਪੁਰਾਣੇ ਜੋ ਇਸ ਟਾਈਮ ਪਹਿਲਾਂ ਸੀਗੇ ਕਾਰਜਕਾਲ ਜਿਨ੍ਹਾਂ ਨੇ ਨਿਭਾਇਆ, ਕੋਈ ਉਹ ਇਸ ਟਾਈਮ ਜਾਂ ਪਿੰਡ ਦੇ ਵਿੱਚ ਕੋਈ ਦੁੱਖ ਸੁੱਖ ਦੇ ਵਿੱਚ ਆਏ, ਜਾਂ ਉਹਨਾਂ ਨੇ ਸਿਰਫ ਵੋਟਾਂ ਵੇਲੇ ਹੀ ਤਵੱਜੋ ਦਿੱਤੀ ਪਿੰਡ ਵਿੱਚ ਆਉਣ ਦੀ? ਸਰ ਦੇਖੋ, ਦਿਲਰਾਜ ਸਿੰਘ ਭੁੰਦੜ ਹਲਕਾ ਸਰਦੂਲਗੜ੍ਹ ਦਾ ਸਾਡਾ MLA ਹੈਗੇ ਮੌਜੂਦਾ, ਤੇ ਅਸੀਂ ਤਾਂ ਉਹਨਾਂ ਨੂੰ 5 ਸਾਲਾਂ ਦੇ ਵਿੱਚ ਦੇਖੇ ਨਹੀਂ, ਪਿੰਡਾਂ ਦੇ ਵਿੱਚ ਆਏ ਨੇ। ਅੱਜ ਉਹਨਾਂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਆ ਰਹੇ ਨੇ, ਕਿਉਂਕਿ ਦਿਲਰਾਜ ਜੀ ਖੁਦ ਨਹੀਂ ਆ ਰਹੇ। ਉਹ ਕਿਵੇਂ ਆਉਣਗੇ? ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਲੋਕਾਂ ਦੇ ਵਿੱਚ, ਤਾਂ ਆਉਣਗੇ ਨਾ। ਇਸ ਕਰਕੇ ਉਹਨਾਂ ਨੂੰ ਜਾਣਦੇ ਨਹੀਂ ਨੌਜਵਾਨ। 80% ਨੌਜਵਾਨ ਹਲਕੇ ਦੇ ਨਹੀਂ ਜਾਣਦੇ ਕਿ ਸਾਡਾ MLA ਕੌਣ ਹੈਗਾ। ਹਾਂਜੀ, ਬੰਦੇ ਨੂੰ ਚਿਹਰਾ ਕਰਕੇ ਨਹੀਂ ਪਛਾਣਦੇ ਹੈਗੇ ਵੀ ਐਮਐਲਏ ਹੈ ਕੌਣ। ਅਸੀਂ ਤਾਂ ਕਿਸੇ ਮੁੰਡੇ ਨੂੰ ਦੇਖਿਆ, ਤੁਸੀਂ ਕਿਸੇ ਨੇ ਨਹੀਂ ਦੇਖਿਆ ਹੈਗਾ। ਇੱਥੇ ਜੇ ਆਉਣਗੇ ਤਾਂ ਫੇਰ ਹੀ ਦੇਖਿਆ ਜਾਊਗਾ ਨਾ।
ਹਾਂ ਕਰਨਗੇ ਤਾਂ ਹੀ ਆਉਣਗੇ ਜੀ ਉਹ, ਜੇ ਕੋਈ ਕੰਮ ਕਰਨਗੇ ਤਾਂ ਹੀ ਆ ਸਕਦੇ, ਨਹੀਂ ਤਾਂ ਆ ਹੀ ਨਹੀਂ ਸਕਦੇ। ਲੋਕਾਂ ਦਾ ਬਹੁਤ ਉਹਨਾਂ ਤੋਂ ਮੰਗ ਹੋਊਗੀ ਵੀ ਦੱਸੋ ਤੁਸੀਂ ਕੀ ਕੀਤਾ, ਇੱਥੇ ਕੀ ਕਰਨ ਆਏ ਹੋ, ਠੀਕ ਹੈ ਜੀ। ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਅੱਧੇ ਲੋਕ ਇਹੀ ਕਹਿ ਰਹੇ ਕਿ ਸਾਨੂੰ ਨਵਾਂ ਬਦਲਾਅ ਚਾਹੀਦਾ ਹੈਗਾ। ਸੀਐਮ ਦਾ ਚਿਹਰਾ ਅਨਾਉਂਸ ਕਰ ਦਿੱਤਾ ਗਿਆ ਭਗਵੰਤ ਮਾਨ ਨੂੰ, ਲੱਗਦਾ ਕੋਈ ਬਦਲਾਅ ਆ ਸਕਦਾ ਹੈਗਾ? ਜ਼ਰੂਰ ਆਵੇਗਾ ਜੀ, ਲੋਕ ਮਨ ਬਣਾ ਚੁੱਕੇ ਨੇਗੇ ਕਿ ਇੱਕ ਨਵੀਂ ਸਰਕਾਰ ਲੈ ਕੇ ਆਵਾਂਗੇ ਜਿਹੜੀ ਲੋਕਾਂ ਨੂੰ ਇੱਕ ਜੋ ਕਹਿ ਰਹੀ ਆ ਉਹ ਕਰੇਗੀ, ਠੀਕ ਹੈ ਜੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਕਰ ਰਹੇ ਨੇ ਉਹ ਕੀਤਾ ਹੈਗਾ, ਤੇ ਪੰਜਾਬ ਦੇ ਨੌਜਵਾਨ, ਪੰਜਾਬ ਦਾ ਹਰ ਵਰਗ ਚਾਹੁੰਦਾ ਹੈ ਕਿ ਇੱਕ ਨਵੀਂ ਸਰਕਾਰ ਲੈ ਕੇ ਆਈਏ ਤਾਂ ਕਿ ਇੱਕ ਵਧੀਆ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਹਾਂਜੀ। ਤੇ ਇਸ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਨੌਜਵਾਨ ਹੈਗਾ ਜਿਹਨੂੰ ਰੁਜ਼ਗਾਰ ਦਿੱਤਾ ਹੋਏ? ਸੀਐਮ ਚੰਨੀ ਸਾਹਿਬ ਨੇ ਕਿਹਾ ਸੀ, ਕੈਪਟਨ ਸਾਹਿਬ ਨੇ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, ਰੁਜ਼ਗਾਰ ਦੇਵਾਂਗੇ। ਰੁਜ਼ਗਾਰ ਮੇਲੇ ਹੀ ਬੜੇ ਲੱਗਦੇ ਰਹੇ ਇੱਥੇ, ਲੱਗਾ ਕੋਈ ਇੱਥੇ ਪਿੰਡ ਦੇ ਵਿੱਚ ਕੋਈ ਇੱਦਾਂ ਰੁਜ਼ਗਾਰ ਮਿਲਿਆ ਹੋਵੇ ਕਿਸੇ ਨੌਜਵਾਨ ਨੂੰ? ਸਰ ਪੰਜਾਬ ਸਰਕਾਰ ਨੇ, ਕੈਪਟਨ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਤਾਂ ਝੂਠ ਦੀਆਂ ਪੰਡਾਂ ਖੋਲੀਆਂ ਨੇ, ਇਸ ਤੋਂ ਇਲਾਵਾ ਕੁਝ ਨਹੀਂ। ਮੈਂ ਖੁਦ ਬੇਰੁਜ਼ਗਾਰ ਹਾਂ ਜੀ, ਡਿਗਰੀਆਂ ਦੀਆਂ ਪੰਡਾਂ ਅਸੀਂ ਚੱਕੀ ਫਿਰਦੇ ਆਂਗੇ। ਇੱਕ ਅੰਗਹੀਣ ਹੋਣ ਦੇ ਨਾਤੇ ਸਾਡਾ 3% ਕੋਟਾ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਰਾਖਵਾਂ ਹੈਗਾ ਜੋ ਖਾਲੀ ਪਿਆ। ਕੈਪਟਨ ਸਾਹਿਬ ਨੇ ਔਰ ਇਸ ਤੋਂ ਪਹਿਲਾਂ ਬਾਦਲ ਸਾਹਿਬ 2 ਵਾਰ ਸਰਕਾਰ ਬਣੀ ਹੈ, ਪਿਛਲੇ 19 ਸਾਲਾਂ ਦੇ ਵਿੱਚ ਕਿਸੇ ਅੰਗਹੀਣ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ, ਜਦੋਂ ਕਿ ਰੁਜ਼ਗਾਰ ਦੇ ਅਸੀਂ ਯੋਗ ਹੈਗੇ ਆਂਗੇ। ਹਾਂਜੀ, ਕੋਈ ਰੁਜ਼ਗਾਰ ਨਹੀਂ ਦਿੱਤਾ ਹੈਗਾ, ਤੇ ਅਸੀਂ ਮੰਗ ਕਰਦੇ ਹਾਂ ਆਉਣ ਵਾਲੀ ਸਰਕਾਰ ਤੋਂ ਕਿ ਇੱਕ ਵਧੀਆ ਸਰਕਾਰ ਬਣੇ ਤੇ ਸਾਨੂੰ ਰੁਜ਼ਗਾਰ ਮਿਲੇ, ਹਰ ਇੱਕ ਨੌਜਵਾਨ ਨੂੰ ਰੁਜ਼ਗਾਰ ਮਿਲੇ ਤੇ ਬਜ਼ੁਰਗਾਂ ਨੂੰ ਮਿਲੇ, ਠੀਕ ਹੈ ਜੀ। ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਹੈ, ਅਸੀਂ ਮੰਗ ਕਰਦੇ ਹਾਂ ਪਿੰਡਾਂ ਦੇ ਲੋਕ, ਪੰਜਾਬ ਦੇ ਲੋਕ, ਕਿ ਹਰ ਇੱਕ ਬਜ਼ੁਰਗ ਦੀ 5000 ਰੁਪਈਆ ਪੈਨਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਅੱਜ 750 ਰੁਪਏ ਜਾਂ 1500 ਰੁਪਏ ਦੇ ਨਾਲ ਕੁਝ ਨਹੀਂ ਹੁੰਦਾ। ਹਰ ਇੱਕ ਬੰਦੇ ਦੀ ਜਿਹੜੇ ਖਰਚੇ ਨੇਗੇ ਉਹ ਡਬਲ ਟ੍ਰਿਪਲ ਹੁੰਦੇ ਜਾ ਰਹੇ ਨੇ। ਇੱਕ 1500 ਦੇ ਨਾਲ ਤੁਸੀਂ ਦੇਖ ਲਓ ਕੀ ਹੋਊਗਾ ਜੀ, ਜੁੱਤੀ ਵੀ ਪੂਰੀ ਨਹੀਂ ਆਉਂਦੀ ਅੱਜ ਦੇ ਟਾਈਮ ਦੇ ਵਿੱਚ। ਇੱਕ ਬਜ਼ੁਰਗ ਨੇ ਖਾਣਾ ਵੀ ਹੈ, ਪਹਿਨਣਾ ਵੀ ਹੈ, ਦਵਾਈ ਬੂਟੀ ਵੀ ਲੈਣੀ ਹੈ, ਬਾਹਰ ਅੰਦਰ ਵੀ ਜਾਣਾ ਹੈ, ਠੀਕ ਹੈ ਜੀ। ਤੇ 1500 ਰੁਪਏ ਨਾਲ ਹੁੰਦਾ ਕੀ ਹੈ, ਜਦੋਂ ਕਿ ਮੰਤਰੀਆਂ ਤੇ ਵਿਧਾਇਕਾਂ ਦੀਆਂ ਲੱਖਾਂ ਦੇ ਵਿੱਚ ਤਨਖਾਹਾਂ ਨੇ, ਇਹਨਾਂ ਦੇ ਕੋਲੇ ਬਹੁਤ ਕੁਝ ਹੈ, ਪਰ ਇਹ ਲੋਕਾਂ ਦੇ ਫਿਰ ਮੰਗ ਤੇ ਬਣਦੇ ਨੇ। ਅਸੀਂ ਤਾਂ ਅੱਜ ਦੇ ਟਾਈਮ ਇਹਨਾਂ ਨੂੰ ਮੰਗ ਤੇ ਸਮਝ ਰਹੇ ਹਾਂ ਕਿ ਇਹ ਸਾਡੇ ਦਰਾਂ ਤੇ ਆ ਰਹੇ ਨੇ, ਮੰਗਦੇ ਨੇ ਸਾਥੋਂ ਇਹ, ਪਰ ਜਦੋਂ ਇਹਨਾਂ ਦਾ ਟਾਈਮ ਆਉਂਦਾ ਲੋਕਾਂ ਨੂੰ ਦੇਣ ਦਾ, ਉਦੋਂ ਹੀ ਛੁਪ ਜਾਂਦੇ ਨੇ, ਠੀਕ ਹੈ ਜੀ। ਸਾਡੇ ਹਲਕੇ ਦਾ ਐਮਐਲਏ ਸਾਹਿਬ, ਉਹਦਾ ਸਾਈਜ਼ ਦੇਖ ਹੀ ਨਹੀਂ ਰਹੇ, ਉਸ ਨੂੰ ਵੀ ਕਦੋਂ ਆਉਂਦੇ ਤੇ ਕਦੋਂ ਚਲੇ ਜਾਂਦੇ ਜੀ। ਜੇਕਰ ਉਹ ਲੋਕਾਂ ਦੇ ਵਿੱਚ ਵਿਚਰਦੇ ਤਾਂ ਅੱਜ ਉਹਨਾਂ ਨੂੰ ਇਹ ਹਾਲਾਤ ਨਹੀਂ ਸੀ ਦੇਖਣੇ ਪੈ ਰਹੇ। ਹੁਣ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਇਕੱਠਾਂ ਦੇ ਵਿੱਚ ਲੋਕ ਬਿਨਾਂ ਬੁਲਾਏ ਜਾ ਰਹੇ ਨੇਗੇ, ਤਾਂ ਇੱਥੇ ਜਿਹੜੀਆਂ ਇਹ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ, ਇੱਥੇ ਬੰਦੇ ਬੁਲਾਏ ਜਾ ਰਹੇ ਨੇ, ਸੱਦ ਕੇ ਲਿਜਾਣੇ ਪੈਂਦੇ ਨੇ, ਫਿਰ ਵੀ ਉਹਨਾਂ ਨਹੀਂ ਹੁੰਦਾ। ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਇੱਕ ਵੱਡੇ ਬਦਲਾਅ ਵੱਲ ਜਾ ਰਹੇ ਨੇ, ਔਰ ਇਹ ਇੱਕ ਵੱਡਾ ਬਦਲਾਅ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਵੇਗਾ ਜੀ, ਤੇ ਅਸੀਂ ਚਾਹੁੰਦੇ ਜ਼ਰੂਰ ਕਰਾਂਗੇ। ਹਾਂਜੀ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ, ਲੜਕੀਆਂ ਦੇ ਲਈ ਵਾਅਦੇ ਕੀਤੇ ਆ, ਪਹਿਲਾਂ ਕੇਜਰੀਵਾਲ ਸਾਹਿਬ ਨੇ ਕੀਤਾ ਸੀ, ਉਸ ਤੋਂ ਬਾਅਦ ਅਕਾਲੀ ਦਲ ਨੇ ਕਰਤਾ, ਫਿਰ ਸਿੱਧੂ ਸਾਹਿਬ ਨੇ ਕਰਤਾ ਕਿ ਲੜਕੀਆਂ ਦੇ ਲਈ 1000 ਰੁਪਏ, 2000, 5 ਰੁਪਏ ਜਾਂ ਸਕੂਟੀਆਂ ਦੀ ਉਹਨਾਂ ਨੇ ਗੱਲ ਕੀਤੀ ਹੈ। ਲੱਗਦਾ ਤੁਹਾਨੂੰ ਇਹ ਕਿਤੇ ਨਾ ਕਿਤੇ ਸਹੀ ਹੈ ਜਾਂ ਗਲਤ ਹੈ? ਇਹ ਦੇਖੋ ਜੀ, ਪਾਰਟੀ ਚਾਹੇ ਕੋਈ ਵੀ ਹੈ, ਇਸ ਤਰ੍ਹਾਂ ਦੀ ਜਿਹੜੀ ਲੋਲੀਪੌਪ ਦਿੰਦੀ ਹੈ, ਮੈਂ ਕਹਿੰਦਾ ਬਿਲਕੁਲ ਗਲਤ ਨੇਗੇ। ਲੋਕ ਰੁਜ਼ਗਾਰ ਦੀ ਮੰਗ ਕਰਦੇ ਨੇ, ਹਰ ਇੱਕ ਨੌਜਵਾਨ ਨੂੰ ਉਹਦੀ ਯੋਗਤਾ ਦੇ ਆਧਾਰ ਤੇ 15000 ਰੁਪਏ ਤੋਂ ਉੱਪਰ ਦਾ ਜੋ ਰੁਜ਼ਗਾਰ ਹੈ ਉਹ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਲੋਕ ਇਹ ਲੋਲੀਪੌਪਾਂ ਦੇ ਵਿੱਚ ਨਾ ਆ ਕੇ ਇੱਕ ਰੁਜ਼ਗਾਰ ਲੈ ਕੇ ਆਪਣੇ ਆਪ ਲਈ ਹਰ ਇੱਕ ਚੀਜ਼ ਨੂੰ ਖਰੀਦ ਸਕਣ। ਬਾਪੂ ਜੀ ਕੀ ਕਹਿੰਦੀਆਂ ਫਿਰ ਚੋਣਾਂ 2022 ਦੀਆਂ? ਚੋਣਾਂ ਤਾਂ ਬਾਈ ਜੀ ਸਾਨੂੰ ਭਗਵੰਤ ਮਾਨ ਮੁੱਖ ਮੰਤਰੀ ਚੰਗਾ ਲੱਗਦਾ ਹੈ, ਤੇ ਉਧਰ ਹੀ ਸਾਡੀ ਵੋਟ ਬੈਂਕ ਜ਼ਿਆਦਾ ਹੋਊਗਾ। ਤੇ ਇਸ ਟਾਈਮ ਜੇ ਐਮਐਲਏ ਦੀ ਗੱਲ ਕਰੀਏ, ਪੁਰਾਣੇ ਐਮਐਲਏ ਦੀ ਗੱਲ ਕਰੀਏ, ਤੇ ਕਿਹੜੇ ਐਮਐਲਏ ਇੱਥੇ ਤੁਹਾਡੇ ਕੋਲ ਆਉਂਦੇ ਰਹੇ ਇਸ ਟਾਈਮ? ਮੁਫਰ ਸਾਹਿਬ ਕੰਨੀ ਜੀ 20-30 ਸਾਲ ਗਾਲੇ ਨਾ, ਪਰ ਕੋਈ ਕੰਮ ਨਹੀਂ ਹੋਇਆ। ਤੇ ਪਿੰਡ 'ਚ ਗੇੜੇ ਵੱਜਦੇ ਹੁੰਦੇ ਸੀ ਉਹਨਾਂ ਦੇ ਗੇੜੇ ਤਾਂ ਜੀ ਬਸ ਵੱਜਦੀ ਸੀਗੇ ਵੋਟਾਂ ਵੇਲੇ। ਹਾਂਜੀ, ਤੇ ਕੋਈ ਪਿੰਡ ਦਾ ਹੋਰ ਵਿਕਾਸ ਕਾਰਜ ਦੇ ਵਿੱਚ ਕੋਈ ਹੱਥ ਪੱਲਾ ਹੋਵੇ? ਉਹ ਤਾਂ ਜਿਹੋ ਜਿਹਾ ਹੁਣ ਕੋਈ ਸਰਕਾਰ ਗ੍ਰਾਂਟ ਦਿੰਦੀ ਉਹੋ ਜਿਹਾ ਹੁੰਦਾ ਹੀ ਰਿਹਾ ਜੀ। ਹਾਂਜੀ, ਲੱਗਦਾ ਕੋਈ ਆਮ ਆਦਮੀ ਪਾਰਟੀ ਜਿੱਦਾਂ ਗੱਲ ਕੀਤੀ ਕੋਈ ਵਿਕਾਸ ਕਰ ਸਕਦੀ, ਬਦਲਾਅ ਲਿਆ ਸਕਦੀ? ਕੋਈ ਹੋ ਸਕਦਾ ਜੀ, ਉਮੀਦ ਹੈ। 1 ਸਾਲ ਐਤਕੀ ਬਦਲਣ ਦੀ ਸੋਚ ਜ਼ਿਆਦਾ ਹੋ ਰਹੀ ਹੈ। ਹਾਂਜੀ, ਪੰਜਾਬ ਸਰਕਾਰ ਦੀ ਗੱਲ ਕਰੀਏ, ਪੰਜਾਬ ਸਰਕਾਰ ਨੂੰ ਕਿੱਦਾਂ ਦੇਖਦੇ ਹੋ? ਚੰਨੀ ਸਰਕਾਰ ਨੂੰ ਕਿੱਦਾਂ ਦੇਖਦੇ ਹੋ? ਕੁਛ ਨਹੀਂ ਦਿੰਦੇ ਜੀ, ਉਹ ਤਾਂ ਵੋਟਾਂ ਪਵਾ ਕੇ ਬਸ ਮੁੜ ਕੇ ਆਉਂਦੇ ਨਹੀਂ ਜੀ। ਹਾਂਜੀ, ਤੇ ਕੋਈ ਪਿੰਡ ਦੇ ਵਿੱਚ ਕੋਈ ਹੁਣ ਤੱਕ ਆਇਆ ਕੋਈ ਸਾਥ ਦਿੱਤਾ ਹੋਵੇ ਉਹਨਾਂ ਨੇ ਪਿੰਡ ਦੇ ਵਿੱਚ ਕੰਮ ਕਾਰ ਦੇ ਵਿੱਚ ਕਿਸੇ 'ਚ? ਕੁਛ ਨਹੀਂ ਸਾਥ ਦਿੱਤਾ ਜੀ। ਜਿਹਦੇ ਘਰ ਪਾਉਣੇ ਸੀ ਕੋਈ ਘਰ ਵੀ ਨਹੀਂ ਪਏ ਅੱਜ ਤਾਈਂ। 15 ਸਾਲ ਹੋ ਗਏ ਜੀ, 20 ਸਾਲ। ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਕੀਤੀ ਸੀ, ਉਹਨਾਂ ਨੇ ਕੋਈ ਕੀਤਾ ਇਦਾਂ ਦਾ? ਕੋਈ ਨਹੀਂ ਹੈਗਾ ਜੀ। ਕਿਸੇ ਦੇ ਹੋਇਆ ਜੀ 100 ਚੋਂ, ਨਹੀਂ ਵਿੱਚ ਆ ਰਹੇ ਜੀ, ਸਰਕਾਰਾਂ ਦੇ ਲਾ ਰਹੇ ਆ। ਆਪਣੇ ਨਾਲ ਕੋਈ ਨੌਜਵਾਨ ਵੀ ਹੈ, ਤੇ ਆਪਾਂ ਨੂੰ ਸਰਕਾਰ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਹਨਾਂ ਨੂੰ ਕੰਮ ਧੰਦੇ ਲਾਵਾਂਗੇ। ਕੋਈ ਇਦਾਂ ਦਾ ਪਿੰਡ ਦੇ ਵਿੱਚ ਕੋਈ ਕੰਮ ਧੰਦੇ ਲਾਇਆ, ਕਿਸੇ ਨੂੰ ਰੁਜ਼ਗਾਰ ਦਿੱਤਾ ਹੈਗਾ? ਕਿਸੇ ਨੂੰ ਨਹੀਂ ਦਿੱਤਾ ਬਾਈ ਜੀ ਰੁਜ਼ਗਾਰ। BA ਪਾਸ ਕਰਕੇ ਬੇਰੁਜ਼ਗਾਰ ਆ, ਕੋਈ ਨੌਕਰੀ ਨਹੀਂ, ਠੀਕ ਹੈ।
ਤੇ ਮੰਨ ਕੇ ਚੱਲੋ ਵੀ ਵੋਟਾਂ ਵੇਲੇ ਆ ਜਾਂਦੇ ਆ, ਕਹਿ ਦਿੰਦੇ ਆ ਵੀ ਤੁਹਾਨੂੰ ਨੌਕਰੀਆਂ ਮਿਲਣਗੀਆਂ, ਸਭ ਕੁਝ ਮਿਲੂ, ਤੇ ਬਾਅਦ 'ਚ ਡੱਕਾ ਨਹੀਂ ਹੁੰਦਾ, ਕੋਈ ਕਿਸੇ ਦੀ ਸੁਣਵਾਈ ਨਹੀਂ। ਤੇ ਕੁੱਲ ਮਿਲਾ ਕੇ ਸਭ ਤੰਗ ਹੀ ਹੈ। ਸਰਕਾਰਾਂ ਲਾਰੇ ਲਾਉਂਦੀਆਂ ਤੇ ਲਾਰਿਆਂ 'ਤੇ ਹੀ ਰਹਿਣਗੀਆਂ, ਕੋਈ ਕੰਮ ਧੰਦਾ ਹੈ ਨਹੀਂ, ਬੇਰੁਜ਼ਗਾਰ ਹੈ ਸਭ। ਲੱਗਦਾ ਇੱਥੇ ਸਿੱਧੂ ਮੂਸੇ ਵਾਲਾ ਕੋਈ ਤਰੱਕੀ ਕਰ ਸਕਦਾ ਜਿੱਦਾਂ ਉਹਨਾਂ ਨੇ ਕਿਹਾ ਤੇ ਮੈਂ ਕਰੂੰਗਾ ਕੁਛ? ਸਿੱਧੂ ਮੂਸੇ ਵਾਲਾ ਨਹੀਂ, ਕੋਈ ਤਰੱਕੀ ਨਹੀਂ ਕਰਦਾ। ਸਰਕਾਰ ਵਧੀਆ ਆਵੇ ਤੇ ਆਪਣੇ ਦੇਸ਼ ਦੀ ਸੁਧਾਰ ਕਰੇ, ਸਾਡੀ ਇਹ ਮੰਗ ਹੈ। ਕਿਹਨੂੰ ਐਮਐਲਏ ਦੇਖਣਾ ਚਾਹੋਗੇ ਆਪਦਾ? ਕਿਹੜਾ ਚਿਹਰਾ ਆ ਸਕਦਾ ਪੰਜਾਬ ਦਾ ਵਿਕਾਸ ਕਰ ਸਕਦਾ ਤੁਹਾਨੂੰ ਲੱਗਦਾ? ਸਾਨੂੰ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਵੀ ਜਿੰਨੇ ਕੁ ਵਾਅਦੇ ਕਰਦੇ ਆ ਵੀ ਪੂਰੇ ਕਰ ਰਹੇ ਨੇ। ਕੈਪਟਨ ਨੇ ਵਾਅਦਾ ਕਰਿਆ ਸੀਗਾ ਵੀ ਮੈਂ ਨੌਕਰੀਆਂ ਦੇਵਾਂਗਾ ਘਰ ਘਰ 'ਚ, ਹਰੇਕ ਨੌਜਵਾਨ ਨੂੰ, ਕਿਸੇ ਨੂੰ ਨਹੀਂ ਮਿਲੀ। ਕੋਈ ਭਰਤੀ ਨਹੀਂ ਆਉਂਦੀ ਗੀ, ਕੈਂਸਲ ਹੋ ਗਈਆਂ ਸਾਰੇ, ਜਦ ਕਿ ਪੇਪਰ ਵੀ ਨਹੀਂ ਹੋਇਆਗਾ ਭਰਤੀ ਦਾ। ਹਾਂਜੀ, ਪੇਪਰ ਰਹਿੰਦਾ ਹੈ ਨਾ, ਹਾਂ ਪੇਪਰ ਰਹਿੰਦਾ, ਉਹ ਵੀ ਨਹੀਂ ਹੋਇਆ ਜੀ, ਉਹਦਾ ਕੁਝ ਨਹੀਂ ਬਣਿਆ ਪੇਪਰ ਦਾ। ਗਾਂ ਦੀ ਗਾਂ ਡੇਟ ਪਾ ਦਿੰਦੇ ਨੇ, ਕੋਈ ਪੇਪਰ ਹੁੰਦਾ ਨਹੀਂਗਾ। ਭਰਤੀ ਕਹਿੰਦੇ ਵੀ ਅਗਲੇ ਮਹੀਨੇ 'ਚ ਆਊਗੀ, ਬਾਅਦ 'ਚ ਕੈਂਸਲ ਕਰ ਦਿੰਦੇ ਆ ਡੇਟ ਪਾ ਕੇ। ਪਹਿਲਾਂ ਪੰਜਾਬ 'ਚ ਪਹਿਲਾਂ 2 ਆਉਂਦੀਆਂ ਸੀ ਭਰਤੀਆਂ, ਹੁਣ ਇਹਨਾਂ ਨੇ ਇੱਕੋ ਹੀ ਕਰਵਾਤੀ, ਇੱਕ ਵੀ ਨਹੀਂ ਹੁਣ ਪੂਰ ਚੜ੍ਹਦੀ ਹੈਗੀ। ਉਹ ਹੋ ਗਿਆ ਮਤਲਬ 1.5 ਸਾਲ ਹੋ ਗਿਆ ਉਹ ਭਰਤੀ ਨੂੰ ਪੂਰ ਨਹੀਂ ਚੜ੍ਹੀ ਹੈਗੀ। ਪੇਪਰ ਰਹਿੰਦਾ ਉਹਦਾ, ਪੇਪਰ ਨਹੀਂ ਲੈ ਰਹੇ। ਕਿਸੇ ਦੇ ਕੋਈ ਸੱਟ ਵੱਜ ਜਾਂਦੀ ਹੈ ਜਵਾਕ ਦੇ, ਉਹ ਫਿਰ ਮੈਡੀਕਲ ਉਦੋਂ ਬਾਅਦ ਹੋਣਾਗਾ, ਉਹਦੇ 'ਚੋਂ ਰਹਿ ਜਾਣਗੇ। ਇਸ ਤਰ੍ਹਾਂ ਕਰਕੇ ਫਿਰ ਕੁਝ ਨਹੀਂ ਬਣਦਾ ਹੈਗਾ ਬਸ। ਲੱਗਦਾ ਕੋਈ ਪਿੰਡ ਦੇ ਵਿੱਚ ਵਿਕਾਸ ਕਾਰਜ ਕੀਤਾ ਹਾਲੇ ਤੱਕ ਇਸ ਟਾਈਮ? ਸਾਨੂੰ ਤਾਂ ਨਹੀਂ, ਮੈਨੂੰ ਤਾਂ ਨਹੀਂ ਕੁਝ ਵੀ ਦਿਖਦਾ ਹਜੇ ਕਰਿਆ ਕੋਈ ਪਾਰਟੀ ਦਾ ਵੀ। ਬਾਕੀ ਹੁਣ ਜੇ ਭਗਵੰਤ ਮਾਨ ਬਣਿਆ ਤਾਂ ਉਧਰ ਪਾ ਕੇ ਦੇ ਐਤਕੀ ਪਾਵਾਂਗੇ ਵੋਟ, ਸਾਰੇ ਹੀ ਪਾਵਾਂਗੇ, ਆਮ ਆਦਮੀ ਨੂੰ ਪਾਵਾਂਗੇ ਵੋਟ। ਤੇ ਹੁਣ ਦੇਖਾਂਗੇ ਵੀ ਕੀ ਕਰਦੇ ਆ, ਉਹਨਾਂ ਬਾਰੇ ਪਤਾ ਜਦੋਂ ਉਹ ਬਣ ਗਏ ਉਦੋਂ ਬਾਅਦ 'ਚੋਂ ਪਤਾ ਲੱਗੂਗਾ ਵੀ ਕੀ ਕਰਦੇ ਆ। ਬਾਪੂ ਜੀ 2022 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕੋਈ ਬਦਲਾਅ ਆ ਸਕਦਾ ਪੰਜਾਬ 'ਚ? ਆ ਸਕਦਾ ਜੀ ਜੇ ਲੋਕ ਚਾਹਣ ਤਾਂ। ਹਾਂਜੀ, ਜੇ ਕੋਈ ਐਮਐਲਏ ਦੀ ਗੱਲ ਕਰੀਏ, ਕੋਈ ਹੁਣ ਤੱਕ ਐਮਐਲਏ ਆਏਗਾ ਕੋਈ ਪਿੰਡ ਦੇ ਵਿੱਚ ਵਿਕਾਸ ਕਾਰਜ ਵਾਸਤੇ? ਉਸ ਨਹੀਂ ਜੀ, ਹਜੇ ਤਾਈਂ ਕੋਈ ਨਹੀਂ ਪਹੁੰਚਿਆ, ਹੁਣ ਸਭ ਪਹੁੰਚ ਰਹੇ ਨੇ। ਹਾਂਜੀ, ਫਿਰ ਕਿਹੜੀ ਪਾਰਟੀ ਦਾ ਐਮਐਲਏ ਬਣਾ ਰਹੇ ਹੋ ਤੁਸੀਂ? ਅਸੀਂ ਤਾਂ ਜੀ ਆਮ ਆਦਮੀ ਨੂੰ ਚਾਹੁੰਦੇ ਆ, ਬਾਕੀ ਗਾਹਾਂ ਲੋਕਾਂ ਦਾ। ਹਾਂਜੀ ਹਾਂ, ਲੱਗਦਾ ਕੋਈ ਬਦਲਾਅ ਕਰ ਸਕਦੇ ਆ ਉਹ? ਦੇਖੋ ਜੀ, ਕਹੇ ਚਾਹੁੰਦੇ ਤਾਂ ਹੈਗੇ ਆ ਜੀ, ਗਾਹਾਂ ਉਹਨਾਂ ਦੇ ਸਾਰੇ ਆ, ਪਾਰਟੀ ਬਣਨ ਤੇ ਕੀ ਚਾਹੁੰਦੀ ਹੈ। ਸੀਐਮ ਚੰਨੀ ਸਾਹਿਬ ਨੂੰ ਕਿੱਦਾਂ ਦੇਖਦੇ ਹੋ? ਕਿਉਂ ਉਹਨਾਂ ਨੇ ਵਾਅਦੇ ਬੜੇ ਕੀਤੇ ਸੀਗੇ ਪੰਜਾਬ 'ਚ, ਲੱਗਦਾ ਕੋਈ ਵਾਅਦਾ ਪੂਰਾ ਕੀਤਾ ਹੁਣ ਤੱਕ? ਕੋਈ ਹੈ ਜੀ, ਵਾਅਦੇ ਤਾਂ ਕਰੇ ਨੇ ਸਾਰੇ, ਕੋਈ ਪੂਰਾ ਉਤਰਿਆ ਤਾਂ ਲੱਗਦਾ ਨਹੀਂ ਹਜੇ ਤਾਈਂ। ਹਜੇ ਤਾਂ ਪੈਸੇ ਵੀ ਨਹੀਂ ਮਿਲੇ, ਸਾਨੂੰ ਪੈਣ ਦੀ ਆਸ ਹੈਗੀ ਤੇ ਸਾਰਾ ਕਹੇ ਹੋਏ ਨੇ। ਦੇਖੋ ਜਦੋਂ ਵਾਅਦਾ ਉਤਰੂ ਉਦੋਂ ਪਤਾ ਲੱਗੂਗਾ। ਹਾਂਜੀ ਹਾਂ, ਤੇ ਕੋਈ ਬਿਜਲੀ ਦੇ ਬਿੱਲ ਜਾਂ ਨਰਮੇ ਦਾ ਮੁਆਵਜ਼ਾ, ਕੋਈ ਕਰਜ਼ਾ ਵਗੈਰਾ ਕਹਿ ਰਹੇ ਨਾ, ਉੱਪੜਿਆ ਨਹੀਂ ਜੀ ਹਜੇ। ਹਾਂ, ਐਵੇਂ ਹੁਣ ਕਹਿ ਦਈਏ ਵੀ ਉੱਪੜਿਆ ਹੋਵੇ। ਹਾਂ, ਉਹ ਕਹਿੰਦੇ ਜ਼ਰੂਰ ਆ ਵੀ ਕਰਾਂਗੇ, ਵਾਅਦੇ ਪੂਰੇ ਕਰਾਂਗੇ ਤੁਹਾਡੇ। ਹਾਂ, ਸਾਡਾ ਨਾ ਇੱਥੇ ਪਿੰਡ ਦੇ ਹੋਰ ਵੀ ਬੰਦੇ ਮੌਜੂਦ ਨੇ। ਕੀ ਲੱਗਦਾ 2022 ਦੇ ਵਿੱਚ ਕਿਹੜੀ ਸਰਕਾਰ ਪੰਜਾਬ ਦਾ ਭਲਾ ਕਰ ਸਕਦੀ ਹੈ? ਬਸ ਯਾਰ, ਜਿਹੜਾ ਟ੍ਰੈਂਡ ਹੈ ਜ਼ਿਆਦਾ ਆਮ ਆਦਮੀ ਦਾ ਹੀ ਹੋ ਗਿਆ। ਤਕਰੀਬਨ 90% ਬੰਦੇ ਵੀ ਆਮ ਆਦਮੀ ਨੂੰ ਮਤਲਬ ਕਿ ਪਹਿਲ ਦੇ ਰਹੇ। ਕਿਤੇ ਵੀ ਵਗ ਜਾਓ, ਜਿਹਦੀ ਹਵਾ ਆਮ ਆਦਮੀ ਦੀ ਹੋਊਗੀ। ਕਿਤੇ ਵੀ ਜਾਓ, ਕਹਿੰਦਾ ਭਾਵਾ ਵੀ ਸਾਰੀਆਂ ਜਿਹੜੀਆਂ ਪਾਰਟੀਆਂ ਆਪਾਂ ਪਰਖ ਲਈਆਂ, ਸਿਰਫ ਹੁਣ ਇੱਕ ਆਮ ਆਦਮੀ ਨੂੰ ਹੀ ਮੌਕਾ ਦਿੱਤਾ ਜਾਵੇ। ਬਾਕੀ ਜਿਹੜੀਆਂ ਪਾਰਟੀਆਂ ਸੀ ਸਾਰੀਆਂ ਪਰਖ ਲਈਆਂ, ਇਹਨਾਂ ਨਾਲ ਹੀ ਮੌਕਾ ਦਿੱਤਾ ਜਾਵੇ, ਇਹਦੇ ਨਾਲ ਹੀ ਸੁਧਾਰ ਹੋ ਸਕਦਾ। ਲੱਗਦਾ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸੀਐਮ ਚਿਹਰਾ ਅਨਾਉਂਸ ਕੀਤਾ, ਉਹਨਾਂ ਨੇ ਕੋਈ ਬਦਲਾਅ ਕਰ ਸਕਦੇ ਹੈਗੇ? ਨਹੀਂ, ਬਦਲਾਅ ਕਰ ਸਕਦਾ। ਹਾਂ, ਇਹ ਜਿਹੜੀ ਜੇ ਬੰਦਾ ਚਾਹੁੰਦਾ ਤਾਂ ਜਿਹੜਾ ਸੱਚ ਤੇ ਲੜਦਾ ਬੰਦਾ, ਉਹ ਦਿੱਲੀ ਦੇ ਵਿੱਚ ਕਿੰਨੇ ਟਾਈਮ ਹੋ ਗਏ, 15 ਸਾਲ ਹੋ ਗਏ, ਤੇ ਉਹਨੂੰ ਸਾਰੇ ਉਹਦੇ ਮਗਰ ਲੱਗੇ ਹੋਏ ਨੇ, ਪਰ ਉਹ ਸੱਚ ਤੇ ਹਜੇ ਚੱਲ ਰਿਹਾ, ਤੇ ਇਸ ਕਰਕੇ ਉਹ ਬਦਲਾਅ ਕਰ ਸਕਦਾ। ਤੇ ਪਿੰਡ ਦਾ ਹੁਣ ਤੱਕ ਕੋਈ ਵਿਕਾਸ ਕਾਰਜ ਕੋਈ ਨਹੀਂ ਹੋਇਆ ਇਸ ਟਾਈਮ, ਕੋਈ ਨਹੀਂ ਹੋਇਆ ਅਜੇ ਤਾਈਂ। ਤੇ ਕੋਈ ਪੁਰਾਣੇ ਐਮਐਲਏ ਆਉਂਦੇ ਜਾਂਦੇ ਕੋਈ? ਹਾਂ, ਐਮਐਲਏ ਤਾਂ ਆ ਰਹੇ, ਪਰ ਕੋਈ ਵਿਕਾਸ ਵਾਲੀ ਗੱਲ ਨਹੀਂ ਹੈਗੀ। ਆ ਤਾਂ ਸਾਰੇ ਰਹੇ ਇੱਥੇ। ਹਾਂ, ਤੇ ਪਿੰਡ ਦੇ ਵਿੱਚ ਕੋਈ ਨੌਜਵਾਨ ਨੂੰ ਕੋਈ ਰੁਜ਼ਗਾਰ ਮਿਲਿਆ ਹੋਏ ਜਾਂ ਕਿਸੇ ਦੇ ਬਿਜਲੀ ਦੇ ਬਿੱਲ ਮਾਫ ਹੋਣ? ਨਹੀਂ, ਕੋਈ ਰੁਜ਼ਗਾਰ ਨਹੀਂ ਮਿਲਿਆ। ਬਿੱਲ ਤਾਂ ਜਿਹੜੇ ਆ ਕੇ ਨਾ ਥੋੜਾ ਜਿਹਾ ਰੇਟ ਘੱਟ ਕੇ ਤਾਂ ਆਏ ਆ ਇਸ ਵਾਰ, ਤੇ ਪਰ ਰੁਜ਼ਗਾਰ ਕੋਈ ਨਹੀਂ ਮਿਲਿਆ। ਕਹਿ ਜ਼ਰੂਰ ਰਹੇ ਸੀ ਵੀ ਰੁਜ਼ਗਾਰ ਦੇਵਾਂਗੇ ਅਸੀਂ, ਮਤਲਬ ਕਿ ਆਹ ਦੇਵਾਂਗੇ, ਤੇ ਪਰ ਦਿੱਤਾ ਨਹੀਂ ਅੱਜ ਤੱਕ ਕਿਸੇ ਨੇ ਵੀ। 2022 ਦੀਆਂ ਸਿਆਸੀ ਚੋਣਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਬਈ ਬਦਲਾਅ ਚਾਹੁੰਦੇ ਅੱਜ ਤਾਂ। ਇਹਨਾਂ ਨੇ ਬਥੇਰਾ ਲੁੱਟ ਲਏ, ਕੁੱਟ ਲਏ, 50 ਸਾਲ ਹੋ ਗਏ ਵੋਟਾਂ ਪਾਉਂਦੇ ਨੇ ਇਹਨਾਂ ਨੂੰ। ਆਹ ਮਾਨਸਾ ਰੈਲੀ ਦੇ ਦੇਖੇ ਵੀ ਬੱਚਿਆਂ ਨਾਲ ਕੀ ਹਾਲ ਕੀਤੇ ਸੀ ਇਹਨਾਂ ਨੇ, ਡੀਐਸਪੀ ਨੇ ਕਿਵੇਂ ਕੁੱਟੇ ਸੀਗੇ। ਹੁਣ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਆਉਣੀ ਚਾਹੀਦੀ ਹੈ। ਲੱਗਦਾ ਬਦਲਾਅ ਕਰ ਸਕਦੀ ਆਮ ਆਦਮੀ? ਕਰੂਗੀ, ਜੋ ਦਿੱਲੀ 'ਚ ਇੰਨੇ ਕੰਮ ਕੀਤੇ ਨੇਗੇ, ਮੈਂ ਖੁਦ ਦੇਖ ਕੇ ਆਇਆ ਉੱਥੇ ਵੀ ਜਿਹੜੇ ਕੰਮ ਕੀਤੇ, ਸਿੱਖਿਆ ਤੇ ਆਪਣੀ ਹੈਲਥ, ਵੱਡੇ 2 ਮਸਲੇ ਤਾਂ 2 ਇਹੀ ਹੈ। ਫਿਰ ਉਧਰੋਂ ਬੇਰੁਜ਼ਗਾਰੀ ਆ ਗਈ। ਪਰ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ, 2 ਵੱਡੀਆਂ ਪਾਰਟੀਆਂ ਉੱਥੇ ਖੜੀਆਂ ਗਾ, ਲੱਗਦਾ ਉਹਨਾਂ ਵਿੱਚ ਸਰਵਾਈਵ ਕਰ ਸਕਦੀ? ਕਿਉਂਕਿ ਐਂਡ ਦੇ ਉੱਤੇ ਗੇਮ ਪੂਰੀ ਘੁੰਮ ਜਾਂਦੀ ਹੁੰਦੀ ਹੈਗੀ।
ਸਾਡੇ ਤਾਂ ਦੋ ਘਰਾਂ ਦੇ ਆਉਂਦੇ ਹੁੰਦੇ ਸੀਗੇ। ਕਾਲੀ ਵਾਲਾ ਉਧਰ ਰਿਸ਼ਪਾਲ ਸਰਪੰਚ ਸੀ, ਉਹਦੇ ਕੋਲੇ ਆ ਕੇ ਮੁੜ ਜਾਂਦਾ ਸੀ। ਕਾਂਗਰਸ ਵਾਲਾ ਹਰਪ੍ਰੀਤ ਕੋਲੇ ਆਉਂਦਾ ਸੀ, ਉਹ ਵਿਚਾਰੇ ਦੇ 20 ਕਿੱਲੇ ਵਾਹਣ ਦੇ ਬਕਿਆ ਕੇ ਤੇ ਪਰਾਂ ਕਰਿਆ ਉਹ। ਹੁਣ ਉਹ ਵੀ ਉਹਨਾਂ ਤੋਂ ਮੁੱਖ ਮੋੜ ਗਿਆ ਕਰ, ਕਹਿੰਦਾ ਜਦੋਂ ਮੈਨੂੰ 20 ਇੰਨੇ ਚਿਰ ਚ ਖਾ ਗਏ, ਮੇਰੇ 20 ਕਿੱਲੇ ਵਾਹਣ ਦੇ ਬਕਿਆ ਤੇ ਕਹਿੰਦਾ। ਤੇ ਪਿੰਡ ਦੇ ਵਿੱਚ ਕੋਈ ਹੁਣ ਤੱਕ ਵਿਕਾਸ ਕਾਰਜ ਹੋਇਆ? ਨਹੀਂ, ਸਾਡੇ ਦਾ ਥਰਮਲ ਦਾ ਪੈਸਾ ਲਾ ਰਿਹਾ ਸਰਪੰਚ, ਕੋਈ ਉਹ ਗ੍ਰਾਂਟ ਗਰੂੰਟ ਕੋਈ ਨਹੀਂ ਆਈ। ਤੇ ਕੋਈ ਰੁਜ਼ਗਾਰ ਪਿੰਡ ਦਿੱਤਾ ਹੋਵੇ ਪਿੰਡ ਦੇ ਵਿੱਚ, ਜਾਂ ਕੋਈ ਮੁਆਵਜ਼ਾ ਹੋਵੇ? ਨਹੀਂ, ਮੁਆਵਜ਼ਾ ਹਜੇ ਤੱਕ ਤਾਂ ਕੋਈ ਨਹੀਂ ਆਇਆ ਜੀ। ਹਾਂ, ਕਿਸੇ ਨੂੰ ਮੁਆਵਜ਼ਾ ਨਹੀਂ ਆਇਆ। ਸੀਐਮ ਚੰਨੀ ਸਾਹਿਬ ਨੂੰ ਕਿੱਦਾਂ ਦੇਖਣਾ, ਕੀ ਲੱਗਦਾ ਉਹਨਾਂ ਨੇ ਕੋਈ ਵਾਅਦੇ ਬੜੇ ਕੀਤੇ ਸੀਗੇ? ਇਕੱਲੇ ਵਾਅਦੇ ਹੀ ਹੈ, ਹੋਰ ਤਾਂ ਕੁਝ ਕਰ ਨਹੀਂ ਸਕਦੇ। ਅੱਜ ਜਵਾਬ ਮਾਨਸਾ ਰੈਲੀ ਤੇ ਦੱਸਤਾ ਗਿਆ ਕਿ ਵਿਕਾਸ ਕਿਵੇਂ ਕਰਦੇ ਹੁੰਦੇ ਨੇਗੇ, ਬੱਚਿਆਂ ਦਾ ਵਿਕਾਸ ਕਰਤਾ ਗਏ, ਹੋਰ ਕੀ ਕਰਨਗੇ ਇਹ? ਇਹਨਾਂ ਨੇ ਕੁੱਟੀ ਹੈ ਜਵਾਕ, ਹਜੇ ਤੱਕ ਕਰਿਆ ਕੀ ਇਹਨਾਂ ਨੇ? ਹੁਣ ਲਾਰੇ ਲਾ ਕੇ ਫਿਰ ਇਹ ਉਹ ਹੋ ਜਾਣਗੇ। ਹੁਣ ਤਾਂ ਗਾਹਾਂ ਨੂੰ ਬਦਲਾਅ ਚਾਹੁੰਦੇ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਵਾਂਗੇ। ਤੇ ਕੋਈ ਪੁਰਾਣੇ ਐਮਐਲਏ ਆਉਂਦੇ ਰਹੇ ਕੋਈ ਪਿੰਡ ਦੇ ਵਿੱਚ? ਨਹੀਂ, ਬਸ 2 ਘਰਾਂ ਦੀ ਆਉਂਦੇ ਰਹੇ ਸੀ ਪਹਿਲਾਂ। ਜੇ 2022 ਦੀਆਂ ਗੱਲਾਂ ਬਾਤ ਕਰੀਏ, 2022 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ, ਲੱਗਦਾ ਕੋਈ ਬਦਲਾਅ ਆ ਸਕਦਾ ਹੈ? ਬਦਲਾਅ ਆਉਣਾ ਹੀ ਚਾਹੀਦਾ ਜੀ, ਆਉਣਾ ਚਾਹੀਦਾ ਬਦਲਾਅ ਨਾਲ ਹੀ ਫਰਕ ਪਊਗਾ ਜੀ। ਇਹਨਾਂ ਨੇ ਤਾਂ 3.5 ਲੱਖ ਕਰੋੜ ਦਾ ਕਰਜ਼ਾ ਸਿਰ ਚੜ੍ਹਾ ਰੱਖਿਆ ਮੁਲਕ ਦੇ, ਤੇ ਕਿੱਥੋਂ ਡਿਵੈਲਪਮੈਂਟ ਕਰਨਗੇ ਜਦੋਂ 75 ਸਾਲਾਂ 'ਚ ਨਹੀਂ ਕਰੀ। ਸੀਐਮ ਚੰਨੀ ਸਾਹਿਬ ਨੇ ਤਾਂ ਕਿਹਾ ਸੀ ਅਸੀਂ ਕਰਜ਼ਾ ਮਾਫ ਕਰਤਾ, ਅਸੀਂ ਬਿਜਲੀ ਬਿੱਲ ਮਾਫ ਕਰਦੇ। ਸਾਡੇ ਪਿੰਡਾਂ ਦੇ ਵਿੱਚ ਤੁਸੀਂ ਤੁਰੇ ਫਿਰਦੇ ਹੋ, ਹਜੇ ਤੱਕ ਦਾ ਕੋਈ ਦਿਨ ਨਹੀਂ, ਕੋਈ ਹਜੇ ਤੱਕ ਹੋਇਆ ਕੰਮ ਕੋਈ। ਉਹੀ ਹਾਲ ਆ, ਉਹੀ ਬਾਹਾਂ, ਉਹੀ ਕਹਾੜੀ ਆ। 75 ਸਾਲ ਹੋ ਗਏ ਇਸੇ ਮੁਲਕ ਆਜ਼ਾਦ ਹੋਏ ਨੂੰ। ਉਦੋਂ ਦੇ ਗਲੀਆਂ ਬਣਾ ਦਾਂਗੇ ਅਸੀਂ, ਨਾਲੀਆਂ ਬਣਾ ਦਾਂਗੇ, ਤੁਹਾਡਾ ਵਿਕਾਸ ਨਾ ਕੋਈ ਸਕੂਲ ਦੀ ਡਿਵੈਲਪਮੈਂਟ ਹੈ, ਨਾ ਕੋਈ ਮਤਲਬ ਹੋਰ ਕਿਸੇ ਕੰਮ ਦਾ, ਕਿਸੇ ਪਾਸੇ ਨਹੀਂ ਮਤਲਬ ਪੂਰਾ ਹੈ। 4 ਚੁਫੇਰੇ ਉਹੀ ਹਾਲ, ਬੁਰਾ ਹਾਲ ਹੀ ਹੈ ਜੀ। ਤੇ ਫਿਰ ਕਿਹੜੀ ਪਾਰਟੀ ਦਾ ਐਮਐਲਏ ਬਣਾ ਰਹੇ ਹੋ ਇਸ ਟਾਈਮ? ਅਸੀਂ ਤਾਂ ਜੀ ਬਦਲਾਅ ਚਾਹੁੰਦੇ ਹਾਂ, ਵੀ ਨਵੀਂ ਕੋਈ ਬਣ ਜੇ, ਚਾਹੇ ਨਵੀਂ ਆਵੇ, ਕੋਈ ਆ ਜੇ। ਇਹਨਾਂ ਨੂੰ ਤਾਂ ਹੁਣ ਸਾਰਾ ਮਤਲਬ 75 ਸਾਲ ਹੋ ਗਏ ਇਹਨਾਂ ਨੂੰ ਬਣਾਉਂਦਿਆਂ ਨੂੰ। ਇਹਨਾਂ ਦਾ ਉਹੀ ਕਹਾੜੀ ਉਵੇਂ ਜਿਵੇਂ ਚੱਲਦੇ ਨੇ ਹਰ ਸਾਲ ਬਦਲ ਕੇ, ਵੀ ਐਂ ਕਰਾਂਗੇ, ਉਹ ਕਰਾਂਗੇ, ਕਰਾਇਆ ਕੁਛ ਨਹੀਂ। ਪਿਛਲੇ ਸਾਲ ਵੀ ਬਹੁਤ ਵੱਡੇ ਵਾਅਦੇ ਹੋਏ ਸੀ, ਪਰ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ। ਜੇ ਗੱਲ ਕਰੀਏ ਪੁਰਾਣੇ ਐਮਐਲਏ ਦੀ, ਕੋਈ ਪੁਰਾਣਾ ਐਮਐਲਏ ਕੋਈ ਪਿੰਡ ਦੇ ਵਿੱਚ ਆਇਆ 5 ਸਾਲ ਦੇ ਵਿੱਚ, ਕੋਈ ਸਾਂਝੇਦਾਰੀ ਕੀਤੀ ਹੋਵੇ? ਕੋਈ ਐਮਐਲਏ ਨਹੀਂ ਆਇਆ ਜੀ। ਕੋਵਿਡ ਦੇ ਵਿੱਚ ਮਤਲਬ ਕਿ ਜਿਹੜਾ ਜਿੱਤਿਆ ਨਾ ਉਹ ਆਇਆ, ਤੇ ਨਾ ਮਤਲਬ ਜਿਹੜਾ ਦੂਜਾ ਉਹਨੇ ਤਾਂ ਆਉਣਾ ਹੀ ਕੀ ਸੀਗਾ। ਕਿਸੇ ਦਾ ਕੋਈ ਦੁੱਖ ਨਾ ਕਿਸੇ ਦਾ ਕੋਈ, ਕਿਸੇ ਨੇ ਪੁੱਛਿਆ ਹੀ ਨਹੀਂ ਬਾਤ ਕਿਸੇ ਨੇ। ਤੇ ਹੁਣ ਤੱਕ ਕੋਈ ਪਿੰਡ ਦੇ ਵਿੱਚ ਵਿਕਾਸ ਕਾਰਜ ਕੋਈ ਹੋਇਆ ਹੁਣ ਤੱਕ? ਕੋਈ ਐਵੇਂ ਕਹਿ ਦਈਏ ਕਿ ਮਾੜੇ ਮੋਟੇ ਚੱਲ ਜਿਹੜੇ ਹੋਣੇ ਚਾਹੀਦੇ ਸੀ ਪਰ ਹੋਏ ਨੇ, ਪਰ ਉਹ ਗੱਲ ਤਾਂ ਨਹੀਂ ਹੈ ਵੀ ਜਿਹੜਾ ਜਿਵੇਂ ਵਾਅਦੇ ਕਰਦੇ ਸੀ ਉਹ ਪੂਰੇ ਹੋਏ ਹੁਣ ਤੇ ਲੋਕਾਂ ਦਾ ਵਿਕਾਸ ਹੋਇਆ ਹੋਵੇ, ਉਹ ਨਹੀਂ ਹੈ ਗੱਲ। ਸਕੂਲਾਂ ਦੀ ਹੁੰਦੀ ਹੈ ਡਿਵੈਲਪਮੈਂਟ, ਸਕੂਲ ਨੇ ਉਵੇਂ ਜਿਵੇਂ ਖੜ੍ਹੇ ਆ। ਹਸਪਤਾਲਾਂ ਦੀ ਬੁਰੀ ਹਾਲਤ ਹੈ, ਕੋਈ ਹਸਪਤਾਲ 'ਚ ਕੋਈ ਮਤਲਬ ਡਾਕਟਰ ਨਹੀਂ, ਕੋਈ ਸਕੂਲਾਂ ਦੇ ਜੀ ਪੂਰੇ ਮਾਸਟਰ ਨਹੀਂ, ਐਜੂਕੇਸ਼ਨ ਨਹੀਂ ਲੋਕਾਂ ਦੇ। ਫਿਰ ਇਹ ਕਾਹਦਾ ਮਤਲਬ ਡਿਵੈਲਪਮੈਂਟ ਹੈ ਜੀ? ਆਪਾਂ ਗਲੀਆਂ ਨਾਲੀਆਂ 'ਤੇ ਸੀਮਿਤ ਰਹੇ ਤਾਂ ਮਤਲਬ ਪੜ੍ਹੇ ਲਿਖੇ ਮਤਲਬ ਲੋਕ, ਹੁਣ ਪੜ੍ਹਾਈ ਲਿਖਾਈ ਹੋਵੇ ਲੋਕਾਂ ਨੂੰ, ਮਤਲਬ ਐਜੂਕੇਸ਼ਨ ਚੰਗੀ ਹੋਵੇ ਤਾਂ ਮਤਲਬ ਫੇਰ ਹੀ ਗਾਹਾਂ ਲੋਕ ਸੁਧਾਰ ਹੋਵੇ ਲੋਕਾਂ ਦਾ। ਮਤਲਬ ਜੇ ਕੋਈ ਸਿਹਤ ਸਹੂਲਤ ਹੋਵੇ ਤਾਂ ਲੋਕਾਂ ਨੂੰ, ਗਰੀਬ ਲੋਕਾਂ ਨੂੰ ਫਾਇਦਾ। ਕਿਸੇ ਗਰੀਬ ਨੂੰ ਕਿਤੇ ਦਵਾਈ ਨਹੀਂ, ਬੂਟੀ ਨਹੀਂ ਮਿਲਦੀ, ਕਿਤੇ ਕੁਛ ਨਹੀਂ ਮਿਲਦਾ। ਜੇ ਮੁਆਵਜ਼ੇ ਦੀ ਗੱਲ ਕਰੀਏ, ਮੁਆਵਜ਼ਾ ਮਿਲਿਆ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਹੁਣ ਤੱਕ? ਮਿਲਿਆ ਤਾਂ ਹੈਗਾ ਜੀ, ਪਰ ਸਾਡੇ ਕੋਲ ਤਾਂ ਨਹੀਂ ਹਾਜ ਦੀ ਘੜੀ ਆਇਆ। ਉਹ ਮਿਲ ਜ਼ਰੂਰ ਗਿਆ, ਹਾਂ, ਮੁਆਵਜ਼ਾ ਜ਼ਰੂਰ ਆ ਗਿਆ। ਕੁਛ ਪਿੰਡਾਂ 'ਚ ਆ ਗਿਆ, ਸਾਡੇ ਪਿੰਡ ਤਾਂ ਨਹੀਂ ਅਜੇ ਆਇਆ। ਪਰ ਆਪਣੇ ਨਾਲ ਕੁਝ ਹੋਰ ਵੀ ਹੈਗੇ। ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਲੱਗਦਾ ਕੋਈ ਵਿਕਾਸ ਕਰ ਸਕਦਾ? ਕਿਉਂਕਿ ਲੋਕਾਂ ਦਾ ਮੰਨਣਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈਗਾ। ਹਾਂ ਜੀ, ਮੌਕਾ ਤਾਂ ਦੇਣਾ ਚਾਹੀਦਾ। ਪਤਾ ਲੱਗਦਾ ਜੀ ਵੀ ਕਰਦੇ ਆ ਕਿ ਨਹੀਂ ਕੰਮ ਕਰਦੇ। ਦੂਜਿਆਂ ਨੇ ਤਾਂ ਦੇਖ ਹੀ ਲਿਆ ਜੀ, ਹੈਂ, ਦੋਨੇ ਧਿਰਾਂ ਦੇਖ ਲਈਆਂ, ਅਕਾਲੀ ਵੀ ਦੇਖ ਲਏ, ਕਾਂਗਰਸੀ ਵੀ ਦੇਖ ਲਏ। ਇਹਨਾਂ ਨੂੰ ਦੇਖਣਾ ਤਾਂ ਚਾਹੁੰਦੇ ਆ ਲੋਕ ਸਾਰੇ। ਹਾਂ, ਸੀਐਮ ਚੰਨੀ ਸਾਹਿਬ ਨੂੰ ਕਿੱਦਾਂ ਦੇਖਦੇ ਉਹਨਾਂ ਦੇ ਕਾਰਜਕਾਲ ਨੂੰ? ਕਿਉਂਕਿ ਉਹਨਾਂ ਨੇ ਵਾਅਦੇ ਬੜੇ ਕੀਤੇ ਸੀ, ਲੋਕਾਂ ਦਾ ਮੰਨਣਾ ਕਿ ਹਲੇ ਵੀ ਕੱਚ ਬਾਕੀ ਰਹਿ ਗਈ ਉਹਨਾਂ ਦੇ ਵਾਅਦਿਆਂ 'ਚ। ਗੱਪ ਹੀ ਮਾਰਿਆ ਜੀ ਚੰਨੀ ਸਾਹਿਬ ਨੇ, ਕੋਈ ਵਾਅਦੇ ਗੱਪ ਮਾਰੀ ਗਏ ਆ। ਤੇ ਪਹਿਲਾਂ ਕੈਪਟਨ ਨੇ ਮਾਰੀ ਗਿਆ, ਤੇ ਹੁਣ ਚੰਨੀ ਸਾਹਿਬ ਮਾਰੀ ਗਏ ਆ, ਤੇ ਕੀਤਾ ਤਾਂ ਕੁਛ ਨਹੀਂ ਗਾ। ਗਰਾਊਂਡ 'ਤੇ ਤਾਂ ਕੁਛ ਨਹੀਂ ਦਿਖਾਇਆ ਜੀ। ਹਾਂ, ਤੇ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਰੁਜ਼ਗਾਰ ਮਿਲਿਆ ਹੁਣ ਤੱਕ, ਜਾਂ ਪਿੰਡ ਦਾ ਕੋਈ ਹੋਰ ਵਿਕਾਸ ਕੀਤਾ ਹੋਵੇ, ਕਰਜ਼ਾ ਮਾਫ ਕੀਤਾ ਹੋਵੇ, ਮੁਆਵਜ਼ਾ? ਨਾ ਜੀ, ਕਰਜ਼ਾ ਮਾਫ ਹੋਇਆ, ਥੋੜਾ ਘਣਾ ਹੋਇਆ, ਪਰ ਜਿੰਨਾ ਕਿਹਾ ਸੀ ਉਹਨਾਂ ਨੇ। ਹਾਂ ਜੀ, ਹੋਰ ਕੰਮ ਨਹੀਂ ਹੋਇਆ ਜੀ ਪਿੰਡ 'ਚ ਕੋਈ। ਤੇ ਕੋਈ ਐਮਐਲਏ ਆਉਂਦੇ ਰਹਿੰਦੇ ਆ ਕੋਈ, ਜਾਂ ਇਸ ਟਾਈਮ ਜਾਂ 5 ਸਾਲ ਦੇ ਵਿੱਚ ਕੋਈ ਐਮਐਲਏ ਨੇ ਕੋਈ ਆ ਕੇ ਵਿਕਾਸ ਕਾਰਜ ਕੀਤਾ ਹੋਵੇ, ਲੋਕਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੋਵੇ ਕਿਸੇ ਕਿਸਮ ਦੀ? ਨਾ ਜੀ, ਹੋਇਆ ਨਹੀਂ ਜੀ ਕੋਈ। ਨਾ ਅਕਾਲੀ ਆਇਆ, ਨਾ ਕਾਂਗਰਸੀ ਆਇਆ ਜੀ।